तमाम रौलिਆਂ ਦੇ ਬਾਵਜੂਦ ਵਾਰ-ਵਾਰ ਇਹ ਕਹੇ ਜਾਣ ਦੇ ਬਾਵਜੂਦ ਕਿ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਿਰਫ ਤੇ ਸਿਰਫ ਕੇਂਦਰ ਸਰਕਾਰ ਹੀ ਸੋਧ ਕਰ ਸਕਦੀ ਹੈ। ਉਸ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਵੱਲੋਂ ਸੋਧ ਕਰ ਦਿੱਤੀ ਗਈ ਹੈ ਔਰ ਇਸ ਦੀ ਇੱਕ ਐਕਟ ਦੇ ਵਿੱਚ ਇੱਕ ਕਲੌਜ਼ ਆਉਂਦੀ ਹੈ 125A ਨਾਲ ਜੋੜ ਦਿੱਤੀ ਗਈ ਹੈ। ਜ਼ਾਹਿਰ ਤੌਰ ਤੇ ਹੁਣ ਜਿਹੜਾ ਪ੍ਰਸਾਰਣ ਜਿਹੜਾ ਹੁੰਦਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਉਸ ਨੂੰ ਲੈ ਕੇ ਇਹ ਸੰਸ਼ੋਧਨ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੇ ਵਿਰੁੱਧ ਬਿਆਨ ਦਿੱਤੇ ਗਏ ਕਿ ਇਹ ਜਿਹੜਾ ਐਕਟ ਦੇ ਵਿੱਚ ਤਰਮੀਮ ਜਦੋਂ ਹੁੰਦੀ ਹੈ, ਸੋਧ ਜਦੋਂ ਹੁੰਦੀ ਹੈ, ਨਾ ਸਿਰਫ ਕੇਂਦਰ ਸਰਕਾਰ ਉਸ ਨੂੰ ਸੰਸ਼ੋਧਨ ਕਰ ਸਕਦੀ ਹੈ ਬਲਕਿ ਇੱਕ ਮਸੌਦਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸੱਦ ਕੇ ਉਸ ਤੋਂ ਬਾਅਦ ਭੇਜਿਆ ਜਾਂਦਾ ਹੈ। ਉਸ ਤੋਂ ਬਾਅਦ ਹੀ ਕਿਸੇ ਤਰੀਕੇ ਦੀ ਕੋਈ ਸੋਧ ਹੋ ਸਕਦੀ ਹੈ। ਉੱਧਰ ਦੂਜੇ ਪਾਸੇ ਭਗਵੰਤ ਮਾਨ ਵੱਲੋਂ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਗਈਆਂ, ਕਈ ਤਰੀਕੇ ਦੇ ਤਰਕ ਲੋਕਾਂ ਦੇ ਸਾਹਮਣੇ ਰੱਖੇ ਗਏ। ਉਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਨਿੱਜੀ ਚੈਨਲ ਨੂੰ 11 ਸਾਲਾਂ ਤੋਂ ਇਖਤਿਆਰ ਦਿੱਤੇ ਹੋਏ ਸਨ ਕਿ ਸਿਰਫ ਉਹੀ ਐਕਸਕਲੂਸਿਵਲੀ ਇਸ ਦਾ ਪ੍ਰਸਾਰਣ ਕਰ ਸਕਦਾ ਹੈ, ਗੁਰਬਾਣੀ ਦਾ ਪ੍ਰਸਾਰਣ ਕਰ ਸਕਦਾ ਹੈ। ਹੁਣ ਇਸ ਐਕਟ ਦੇ ਰਾਹੀਂ ਪੂਰਾ ਇੱਕ ਖੁੱਲ੍ਹ ਦੇ ਦਿੱਤੀ ਗਈ ਹੈ ਕਿ ਕੋਈ ਵੀ ਚੈਨਲ, ਕੋਈ ਵੀ ਪਲੇਟਫਾਰਮ ਜਿਹੜਾ ਹੈ ਇਸ ਨੂੰ ਆਪਣੇ ਚੈਨਲ ਤੇ ਜਾਂ ਆਪਣੇ ਹੈਂਡਲ ਤੇ ਕਿਤੇ ਵੀ ਇਸ ਨੂੰ ਜਿਹੜੀ ਗੁਰਬਾਣੀ ਹੈ, ਕਿਉਂਕਿ ਇਹ ਸਰਬ ਸਾਂਝੀ ਗੁਰਬਾਣੀ ਮੰਨੀ ਗਈ ਹੈ, ਉਸ ਨੂੰ ਲਾਈਵ ਪ੍ਰਸਾਰਣ ਉਸ ਦਾ ਕਰ ਸਕਦਾ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ। ਉਹ ਕਹਿੰਦੇ ਕਿ ਅਸੀਂ ਇਸ ਨੂੰ ਨਹੀਂ ਮੰਨਦੇ ਜਿਹੜੀ ਵੀ ਤਰਮੀਮ ਕੀਤੀ ਗਈ ਹੈ। ਹਾਲਾਂਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜੀ ਤਰਮੀਮ ਕੀਤੀ ਗਈ ਹੈ, ਸੋਧ ਕੀਤੀ ਗਈ ਹੈ, ਉਸ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਹਵਾਲਾ ਲਿਆ ਹੈ। ਸੁਪਰੀਮ ਕੋਰਟ ਦੇ ਵਿੱਚ ਜਦੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣੀ ਸੀ ਤਾਂ SGPC ਨੇ ਅਪੀਲ ਪਾਈ ਸੀ ਕਿ ਇਹ ਵੱਖਰੀ ਕਮੇਟੀ ਕਿਵੇਂ ਬਣ ਸਕਦੀ ਹੈ, ਕਿਉਂਕਿ ਇਹ ਇੱਕ ਸਟੇਟ ਦੀ ਲਿਸਟ ਦੇ ਵਿੱਚ ਨਹੀਂ ਹੈ, ਸੈਂਟਰ ਦੀ ਲਿਸਟ ਦੇ ਵਿੱਚ ਹੈ। ਪਰ ਉਦੋਂ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਸੀ ਕਿ ਇਹ ਸਟੇਟ ਦੀ ਲਿਸਟ ਦੇ ਵਿੱਚ ਹੈ ਤੇ ਸਟੇਟ ਜਿਹੜੀ ਹੈ ਉਸ ਨੂੰ ਅਮੈਂਡ ਕਰ ਸਕਦੀ ਹੈ। ਤਾਂ ਜ਼ਾਹਿਰ ਤੌਰ ਤੇ ਉਸੇ ਦੇ ਹਵਾਲੇ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਇਸ ਦੇ ਵਿੱਚ ਸੋਧ ਕੀਤੀ ਗਈ ਹੈ ਤੇ ਜਿਹੜਾ ਐਕਸਕਲੂਸਿਵ ਰਾਈਟ ਇੱਕ ਦਿੱਤਾ ਗਿਆ, ਜਿਹੜੀ ਕਿ ਹਾਲੇ ਕਿ ਮਿਆਦ ਜਿਹੜੀ ਆ ਜੁਲਾਈ ਦੇ ਵਿੱਚ ਪੂਰੀ ਹੋਣੀ ਹੈ, ਉਸ ਤੋਂ ਪਹਿਲਾਂ ਹੀ ਇਹ ਜਿਹੜੇ ਰਾਈਟਸ ਨੇ ਉਸ ਨੂੰ ਇੱਕ ਤਰ੍ਹਾਂ ਨਾਲ ਸਾਰੇ ਚੈਨਲਾਂ ਨੂੰ ਦੇਣ ਦੀ ਗੱਲ ਕਹੀ ਗਈ ਹੈ ਕਿ ਹੁਣ ਪਰ ਇਹ ਲਾਗੂ ਉਦੋਂ ਹੋਏਗਾ ਜਦੋਂ ਕਿ ਇਸ ਦੇ ਬਾਰੇ ਬਕਾਇਦਾ ਤੌਰ ਤੇ ਅਫੀਸ਼ੀਅਲ ਗੈਜ਼ਟ ਦੇ ਵਿੱਚ ਨੋਟੀਫਿਕੇਸ਼ਨ ਹੋਏਗਾ, ਉਦੋਂ ਲਾਗੂ ਹੋ ਜਾਏਗਾ। ਪਰ ਦੂਜੇ ਪਾਸੇ SGPC ਵੱਲੋਂ ਜਿਹੜੇ SGPC ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਅਸੀਂ ਇਸ ਨੂੰ ਨਹੀਂ ਮੰਨਦੇ ਕਿਉਂਕਿ ਇਹ ਜਿਹੜਾ ਕੰਮ ਕੀਤਾ ਗਿਆ ਹੈ ਇੱਕ ਆਪਹੁਦਰਾ ਕੰਮ ਕੀਤਾ ਗਿਆ ਹੈ। ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ, ਪੰਥ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਅਜਿਹੀਆਂ ਗੱਲਾਂ ਕੀਤੀਆਂ ਗਈਆਂ ਹੈ ਤੇ ਨਾਲ ਹੋਰ ਕਈ ਦਲੀਲਾਂ ਦਿੱਤੀਆਂ ਗਈਆਂ। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ 1942 ਦੇ ਵਿੱਚ ਵੀ ਜਿਹੜੀ ਸੋਧ ਹੋਈ ਸੀ ਉਦੋਂ ਵੀ ਇਹ ਇੱਕ ਕਸਟਮ ਇਹ ਬਣਿਆ ਸੀ ਕਿ SGPC ਜਿਹੜੀ ਹੈ ਉਹ ਇੱਕ ਮੀਟਿੰਗ ਸੱਦੇਗੀ, ਜਨਰਲ ਇਜਲਾਸ ਸੱਦੇਗੀ, ਜਿਸ ਦੇ ਵਿੱਚ ਜਿਹੜਾ ਫੈਸਲਾ ਲਿਆ ਜਾਏਗਾ ਉਸ ਨੂੰ ਅੱਗੇ ਫਾਰਵਰਡ ਕੀਤਾ ਜਾਏਗਾ ਤਾਂ ਉਸ 'ਤੇ ਹੀ ਐਕਟ ਕੋਈ ਨਾ ਕੋਈ ਬਣਾਇਆ ਜਾ ਸਕਦਾ ਹੈ ਜਾਂ ਉਸ 'ਤੇ ਹੀ ਸੋਧ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਦਲੀਲਾਂ ਦਿੱਤੀਆਂ। ਇੱਕ ਹਾਈ ਕੋਰਟ ਦੇ ਫੈਸਲੇ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕਸਟਮਸ ਜਿਹੜੇ ਹੁੰਦੇ ਨੇ, ਜਿਵੇਂ ਕਿ ਨਹਿਰੂ ਔਰ ਮਾਸਟਰ ਤਾਰਾ ਸਿੰਘ ਜਿਹੜਾ ਪੈਕਟ ਹੋਇਆ ਸੀਗਾ, ਉਹਨਾਂ ਦਾ ਵਿੱਚ ਜਿਹੜਾ ਸਮਝੌਤਾ ਹੈ ਸੀ, ਜਾਂ ਹੋਰ ਕਈ ਤਰੀਕਾਂ ਦੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ ਕਿ ਉਹ ਜਿਹੜੇ ਪੈਕਟ ਹੁੰਦੇ ਨੇ ਜਿਹੜੇ ਕਸਟਮਸ ਦੇ ਤੌਰ ਤੇ ਮੰਨੇ ਜਾਂਦੇ ਨੇ, ਸਮਟਾਈਮਸ ਉਹ ਲਾਅ ਦੇ ਉੱਤੇ ਪ੍ਰਵੇਲ ਕਰ ਜਾਂਦੇ ਨੇ, ਕਸਟਮਸ ਦੀ ਇੰਨੀ ਪਾਵਰ ਹੁੰਦੀ ਹੈ। ਇਸ ਢੰਗ ਦੀਆਂ ਕਈ ਦਲੀਲਾਂ ਉਹਨਾਂ ਨੇ ਦਿੱਤੀਆਂ ਜਿਹੜਾ ਕਿ ਉਹਨਾਂ ਦੀ ਕੋਰਟ ਦੇ ਵਿੱਚ ਜ਼ਾਹਿਰ ਤੌਰ ਤੇ ਮਾਮਲਾ ਜੇ ਜਾਂਦਾ ਹੈ ਕੋਰਟ ਦੇ ਵਿੱਚ ਤਾਂ ਕੋਰਟ ਦੇ ਵਿੱਚ ਅਜਿਹੀਆਂ ਦਲੀਲਾਂ ਉਹਨਾਂ ਵੱਲੋਂ ਦਿੱਤੀਆਂ ਜਾਣਗੀਆਂ ਕਿ ਇੱਕ ਪੈਨਲ ਹੈ SGPC ਦਾ ਜਿਹੜਾ ਬਕਾਇਦਾ ਤੌਰ ਤੇ ਸਾਰੀਆਂ ਦਲੀਲਾਂ ਲੈ ਕੇ ਉੱਥੇ ਜਾਏਗਾ। ਪਰ ਭਗਵੰਤ ਮਾਨ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੀ ਜਿਹੜੀ ਤਾਜ਼ਾ ਜੱਜਮੈਂਟ ਹੈ, ਕਿਉਂਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਾਮਲਾ ਤਾਜ਼ਾ ਮਾਮਲਾ ਹੈ, ਉਸ ਦੇ ਆਧਾਰ ਤੇ ਹੀ ਇਹ ਤਰਮੀਮ ਕੀਤੀ ਗਈ ਹੈ, ਇਹ ਸੋਧ ਕੀਤੀ ਗਈ ਹੈ, ਜਿਸ ਦੇ ਤਹਿਤ ਜਿਹੜੇ ਸਾਰੇ ਰਾਈਟਸ ਦਿੱਤੇ ਗਏ ਨੇ। ਦੂਜੇ ਪਾਸੇ SGPC ਵੱਲੋਂ ਇਸ ਦੇ ਨਾਲ 26 ਜੂਨ ਨੂੰ ਜਨਰਲ ਇਜਲਾਸ ਸੱਦਿਆ ਗਿਆ ਹੈ। ਜਨਰਲ ਇਜਲਾਸ ਦੇ ਵਿੱਚ ਇੱਕ ਫੈਸਲਾ ਲਿਆ ਜਾਵੇਗਾ, ਕਿਉਂਕਿ ਰੱਦ ਤਾਂ ਪਹਿਲਾਂ ਹੀ ਕਰ ਚੁੱਕੇ ਨੇ, ਪਹਿਲਾਂ ਹੀ ਕਹਿ ਦਿੱਤਾ ਕਿ ਜਿਹੜਾ ਐਕਟ ਪਾਸ ਕੀਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ ਉਸ ਨੂੰ ਨਹੀਂ ਮੰਨਦੇ। ਔਰ ਇੱਕ ਹੋਰ ਗੱਲ ਖਾਸ ਦੱਸਣ ਵਾਲੀ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕਿਸੇ ਤਰੀਕੇ ਦਾ ਵਿਵਾਦ ਨਹੀਂ ਚਾਹੁੰਦੇ, ਪਰ ਉਸ ਦੇ ਬਾਵਜੂਦ ਜੇ ਇਸ ਨੂੰ ਲਾਗੂ ਕਰਾਉਣ ਲਈ ਆਉਂਦੇ ਨੇ ਤਾਂ ਉਹ ਇਸ ਨੂੰ ਲਾਗੂ ਨਹੀਂ ਹੋਣ ਦੇਣਗੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦੇ ਅੱਗੇ ਸਾਹਮਣੇ ਡਟ ਕੇ ਖੜੇ ਹੋਣਗੇ। ਇਹ ਗੱਲਾਂ ਵੀ ਉਹਨਾਂ ਨੇ ਕਹੀਆਂ ਤੇ ਇੱਕ ਤਰ੍ਹਾਂ ਨਾਲ ਇੱਕ ਲੁਕਵੀਂ ਧਮਕੀ ਵੀ ਹੈ ਕਿ ਇੰਨਾ ਆਸਾਨ ਨਹੀਂ ਹੋਏਗਾ ਸਰਕਾਰ ਵਾਸਤੇ ਇਸ ਨੂੰ ਲਾਗੂ ਕਰਨਾ। ਹੁਣ ਦੇਖਣਾ ਹੋਏਗਾ ਕਿ 26 ਜੂਨ ਨੂੰ ਜਿਹੜਾ ਇਜਲਾਸ ਸੱਦਿਆ ਗਿਆ ਹੈ
ਐਸਜੀਪੀਸੀ ਵੱਲੋਂ ਉਸ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ। ਜ਼ਾਹਿਰ ਤੌਰ ਤੇ ਫੈਸਲਾ ਤਾਂ ਸਰਕਾਰ ਦੇ ਵਿਰੁੱਧ ਹੀ ਹੋਏਗਾ ਔਰ ਜਦੋਂ ਅਫੀਸ਼ੀਅਲ ਨੋਟੀਫਿਕੇਸ਼ਨ ਹੋ ਜਾਂਦਾ ਹੈ ਉਸ ਤੋਂ ਬਾਅਦ ਸਰਕਾਰ ਦਾ ਕੀ ਰੱਦ ਅਮਲ ਹੋਏਗਾ, ਇਹ ਵੇਖਣ ਵਾਲੀ ਗੱਲ ਹੋਏਗੀ। ਵੀਡੀਓ ਜਰਨਲਿਸਟ ਵਿਸ਼ਾਲ ਸ਼ਰਮਾ ਦੇ ਨਾਲ ਰਾਜੇਸ਼ ਗਿੱਲ, ਨਿਊਜ਼ ਨੇਸ਼ਨ, ਅੰਮ੍ਰਿਤਸਰ।